ਸਤਿ ਸ਼੍ਰੀ ਅਕਾਲ। ਸਿੱਧੂ ਮੂਸੇਵਾਲੇ ਕੇਸ ਦੇ ਵਿੱਚ ਦੇਖਿਆ ਜਾਵੇ ਤਾਂ ਸਟੇਟਸ ਰਿਪੋਰਟ ਵੀ ਸਾਹਮਣੇ ਆ ਜਾਂਦੀ ਆ, ਪਰ ਦੂਜੇ ਪਾਸੇ ਦੇਖਿਆ ਜਾਵੇ ਲਾਰੈਂਸ ਬਿਸ਼ਨੋਈ ਨੂੰ ਕਈ ਦਿਨ ਹੋ ਚੱਲੇ ਨੇਗੇ, ਲਗਾਤਾਰ ਪੁੱਛਗਿੱਛ ਚੱਲ ਰਹੀ ਹੈ। ਕਿੰਨਾ ਕੁ ਕੁਝ ਨਿਕਲਿਆ ਪੁਲਿਸ ਦੇ ਕੋਲੇ, ਹਾਲਾਂਕਿ ਉਹ ਤਾਂ ਨਹੀਂ ਹਜੇ ਸਾਹਮਣੇ ਰੱਖਿਆ, ਪਰ ਸਟੇਟਸ ਰਿਪੋਰਟ ਦੇ ਮੁਤਾਬਕ ਦੇਖਿਆ ਜਾਵੇ ਤਾਂ ਹੁਣ ਤੱਕ ਜਿਹੜੇ 4 ਗੋਲੀਆਂ ਮਾਰਨ ਵਾਲੇ ਸੀਗੇ ਉਹ ਹਜੇ ਫਰਾਰ ਹੀ ਨੇ। ਉਹ ਠੀਕ ਉਸੇ ਤਰ੍ਹਾਂ ਦੇ ਨਾਲ ਜਿਵੇਂ ਆਰਪੀਜੀ ਅਟੈਕ ਵਾਲਾ ਵੀ ਹਜੇ ਫੜੇ ਨਹੀਂ ਗਏ ਜਿਨ੍ਹਾਂ ਨੇ ਸਿੱਧੇ ਤੌਰ ਤੇ ਅਟੈਕ ਕਰਿਆ। ਪਰ ਇਹਦੇ ਨਾਲ ਕੀ ਕੇਸ ਤੇ ਕੋਈ ਅਸਰ ਪੈਂਦਾ? ਸਾਡੇ ਨਾਲ ਵਕੀਲ ਹੈਗੇ ਨੇ ਸੁਨੀਲ ਮੱਲਨ। ਵਕੀਲ ਸਾਹਿਬ, ਪਹਿਲਾਂ ਤਾਂ ਇਹ ਦੱਸੋ, ਜਿਹੜਾ ਆਰਪੀਜੀ ਅਟੈਕ ਵਾਲੇ ਵੇਲੇ ਵੀ ਜਦੋਂ ਹੋਇਆ ਸੀਗਾ ਉਦੋਂ ਜਿਨ੍ਹਾਂ ਨੇ ਅਟੈਕ ਕਰਿਆ ਉਹ ਬੰਦੇ ਫੜੇ ਨਹੀਂ ਗਏ, ਤੇ ਠੀਕ ਇਸੇ ਤਰ੍ਹਾਂ ਦੇ ਨਾਲ ਸੇਮ ਸਿੱਧੂ ਮੂਸੇਵਾਲੇ ਕੇਸ ਦੇ ਵਿੱਚ ਵੀ ਲਾਰੈਂਸ ਬਿਸ਼ਨੋਈ ਫੜ ਲਿਆ, ਕਈ ਜੇਲ੍ਹਾਂ 'ਚ ਹੀ ਬੰਦ ਨੇ, ਉਹਨਾਂ ਨੂੰ ਪ੍ਰੋਟੈਕਸ਼ਨ ਵਾਰੰਟ ਤੇ ਲੈ ਕੇ ਪੁੱਛਗਿੱਛ ਹੋ ਰਹੀ ਆ। ਇਹਦੇ ਨਾਲ ਕੇਸ ਤੇ ਕੋਈ ਅਸਰ ਪੈਂਦਾ ਜਦੋਂ ਬੰਦਾ ਜਿਹੜਾ ਮੇਨ ਅਕਿਊਜ਼ਡ ਹੈਗਾ, ਜਿਹਨੇ ਗੋਲੀਆਂ ਚਲਾਈਆਂ, ਜਿਹਨੇ ਬੰਦਾ ਮਾਰਿਆ, ਜੋ ਫੜਿਆ ਨਹੀਂ ਜਾਂਦਾ ਹੈਗਾ, ਤਾਂ ਕੀ ਕੇਸ ਤੇ ਕੋਈ ਅਸਰ ਪੈਂਦਾ ਜਾਂ ਇਹ ਅਮੂਮਨ ਤੌਰ ਤੇ ਕੜੀ ਸਾਈਡ ਤੇ ਹੋ ਜਾਂਦੀ ਆ? नहीं, देखो बड़ा सिंपल फार्मूला है। क्राइम कल्ले ने नहीं कीता, क्राइम इवन कल्ले ने भी कीता होवे, पर ਇਹਦੇ ਵਿੱਚ ਤੇ ਕਨਸਪੀਰੇਟਰ ਵੀ ਹੈਗੇ ਨੇ। 15-20 ਬੰਦਿਆਂ ਦੀ ਇਨਵੋਲਵਮੈਂਟ ਹੈ, 10 ਅਰੈਸਟ ਹੋ ਚੁੱਕੇ ਨੇ, ਬਾਕੀ ਪੈਂਡਿੰਗ ਹੈ। ਜਦੋਂ ਇਹੋ ਜਿਹਾ ਮਾਮਲਾ ਹੁੰਦਾ ਹੈ, ਜਿਸ ਬੰਦੇ ਨੇ ਉਹਨੂੰ ਰਿਜ਼ਲਟ ਦਿੱਤਾ, ਉਹ ਬੰਦਾ ਜੇ ਨਹੀਂ ਵੀ ਫੜਿਆ ਜਾਂਦਾ ਤੇ ਉਹਨੂੰ ਲੱਭਣ ਲਈ, ਭਾਲ ਲਈ ਉਹਦੇ ਤੇ ਕਾਰਵਾਈ ਸ਼ੁਰੂ ਹੋ ਜਾਏਗੀ। ਉਹਦਾ ਨਾਮ, ਉਹਦਾ ਸਬੂਤ ਜਦੋਂ ਸਾਹਮਣੇ ਆ ਗਏ ਤੇ ਮਾਨਯੋਗ ਅਦਾਲਤ ਅੱਗੇ ਉਹਦੀ ਐਪਲੀਕੇਸ਼ਨ ਲਗਾਈ ਜਾਏਗੀ, ਉਹਨੂੰ ਅਰੈਸਟ ਵਾਰੰਟ ਦੀ, ਉਸ ਤੋਂ ਬਾਅਦ ਨੈਕਸਟ ਕਰਦੇ ਅਲਟੀਮੇਟਲੀ ਉਹਨੂੰ ਪੀਓ ਡਿਕਲੇਅਰ ਕਰਤਾ ਜਾਏਗਾ। ਜਿੱਦਾਂ ਹੀ ਕੋਈ ਬੰਦਾ ਪੀਓ ਡਿਕਲੇਅਰ ਹੁੰਦਾ ਉਹਦੇ ਤੇ 174 ਸੀਆਰਪੀਸੀ ਦੇ ਤਹਿਤ ਇੱਕ ਹੋਰ ਪਰਚਾ ਦਰਜ ਹੋ ਜਾਂਦਾ। ਸੋ 2 ਪਰਚੇ ਦਰਜ ਹੋ ਜਾਣਗੇ। ਉਹਦਾ ਕੀ ਫਾਇਦਾ ਨੁਕਸਾਨ ਹੈ? ਉਹਦਾ ਫਾਇਦਾ ਇਹ ਹੁੰਦਾ ਕਿ ਕੱਲ ਨੂੰ ਉਹ ਦੋਸ਼ੀ ਨੂੰ ਜ਼ਮਾਨਤ ਮਿਲਣ ਲੱਗਿਆ ਔਖੀ ਹੁੰਦੀ ਹੈ। ਅੱਛਾ, ਜੇ ਛੁੱਟ ਨਹੀਂ ਸਕਦਾ ਫਿਰ? ਹਾਂ, ਫਿਰ ਉਹਨੂੰ ਉਹ ਪੁਲਿਸ ਵੀ ਕਹਿੰਦੀ ਹੈ, ਕੋਰਟ ਵੀ ਕਹਿੰਦੀ ਹੈ ਕਿ ਜਿਹੜਾ ਬੰਦਾ ਪਹਿਲਾਂ ਸਿੱਧੇ ਤੌਰ ਤੇ ਸਾਹਮਣੇ ਨਹੀਂ ਆਇਆ। ਦੇਖੋ ਹੁਣ ਇਹਦੇ 'ਚ ਮੈਂ ਤੁਹਾਨੂੰ ਯਾਦ ਕਰਾਉਣਾ ਕਿ ਉਹ ਬਾਬਾ ਸਤਪਾਲ ਵਾਲਾ ਕੇਸ ਤੇ ਬਾਬਾ ਦੂਸਰਾ, ਇੱਕ ਬਾਬੇ ਨੂੰ ਬੇਲ ਮਿਲ ਜਾਂਦੀ ਹੈ ਤੇ ਇੱਕ ਬਾਬੇ ਨੂੰ ਬੇਲ ਨਹੀਂ ਮਿਲੀ, ਜਿਹਦੇ ਫਾਲੋਅਰਸ ਨੇ ਦੰਗਾ ਫਸਾਦ ਕੀਤਾ ਸੀ, ਯਾਦ ਹੈ ਕੁਛ ਦੇਰ ਪਹਿਲਾਂ। ਸੋ ਕੋਰਟ ਨੂੰ ਇੱਕ ਚੀਜ਼ ਚਾਹੀਦੀ ਹੈ, ਸੁਨੀਲ ਮੱਲਨ ਤੇ ਚਾਰਜ ਹੈ, ਚਾਹੇ ਰੇਪ ਹੈ, ਚਾਹੇ ਮਰਡਰ ਹੈ, ਜਦੋਂ ਈਵਨ ਵਿਕਟਮ ਦੀ ਗਵਾਹੀ ਹੋ ਜਾਏ ਉਸ ਤੋਂ ਬਾਅਦ ਉਹਨੂੰ ਬੇਲ ਤੇ ਰਿਲੀਜ਼ ਕਰ ਦਿੱਤਾ ਜਾਂਦਾ ਹੈ, ਤਾਂ ਕਿ ਬਾਈ ਚਾਂਸ ਇਹ ਕੇਸ 'ਚ ਕਸੂਰਵਾਰ ਨਾ ਨਿਕਲਿਆ ਤੇ ਇਹਨੂੰ ਜਿਹੜੀ ਸਜ਼ਾ ਦੇਵਾਂਗੇ ਉਹਦਾ ਭਰਵਾਈ ਕੌਣ ਕਰੇਗਾ। ਪਰ ਜਿਹੜਾ ਬੰਦਾ ਪੀਓ ਡਿਕਲੇਅਰ ਹੋ ਜਾਏ, ਪ੍ਰੋ ਕਲੇਮ ਆਫੈਂਡਰ, ਇਸ਼ਤਿਹਾਰੀ ਮੁਲਜ਼ਮ ਜਿਹਨੂੰ ਕਹਿੰਦੇ ਆ, ਉਹਦੇ ਤੇ 174 ਦਾ ਪਰਚਾ ਦਰਜ ਕਰਕੇ ਜਦੋਂ ਕੋਰਟ ਬੇਲ ਦੇਣ ਲੱਗਦੀ ਹੈ ਤਾਂ 174 ਦੇ ਪਰਚੇ ਕਰਕੇ ਉਹਨੂੰ ਬੇਲ ਜਲਦੀ ਕਿਤੇ ਨਹੀਂ ਮਿਲਦੀ। ਔਰ ਵਿਦ ਦਾ 438(2) ਦੀਆਂ ਪ੍ਰੋਵੀਜ਼ਨ ਕੀ ਕਹਿੰਦੀਆਂ? ਐਂਟੀਸੀਡੈਂਟ ਆਫ ਅ ਪਰਸਨ, ਉਹਦੇ ਆਲਾ ਦੁਆਲਾ ਉਹਦੇ ਹਾਲਾਤ ਕੀ ਨੇ, ਤੇ ਉਹਨਾਂ ਨੂੰ ਇਹ ਪਤਾ ਕਿ ਬੰਦਾ ਭਗੌੜਾ ਹੋ ਜਾਂਦਾ, ਫਿਰ ਇਹਦਾ ਕੋਈ ਥੋਹ ਟਿਕਾਣਾ ਨਹੀਂ, ਲੱਭ ਨਹੀਂ ਸਕਦੇ, ਕੇਸ ਦਾ ਟ੍ਰਾਇਲ ਪੈਂਡਿੰਗ ਰਹੂਗਾ, ਤੇ ਇਸ ਕਰਕੇ ਉਹੋ ਜਿਹੇ ਬੰਦਿਆਂ ਨੂੰ ਜ਼ਮਾਨਤ ਨਹੀਂ ਮਿਲਦੀ। ਬਾਕੀ ਕੇਸ ਦੇ ਵਿੱਚ ਮੰਨ ਲਓ ਉਹਦੇ ਵਿੱਚ ਸੁਮਿਤ ਜੀ ਫੜੇ ਗਏ, ਉਹ 'ਚ ਕੋਈ ਹੋਰ ਬੰਦਾ ਫੜਿਆ ਗਿਆ, ਤੁਹਾਡੇ ਦੇ ਅਗੇਂਸਟ ਜਿੰਨੀ ਵੀ ਐਵੀਡੈਂਸ ਸਾਹਮਣੇ ਆਈ ਹੈ, ਉਸ ਐਵੀਡੈਂਸ ਨੂੰ ਲੈ ਕੇ ਤੁਹਾਡੇ ਖਿਲਾਫ ਉਨੀ ਐਵੀਡੈਂਸ ਨੂੰ ਲੀਡ ਕਰਕੇ ਉਹ ਕੇਸ ਚੱਲੇਗਾ। ਮਾਨਯੋਗ ਅਦਾਲਤ ਸੈਟੀਸਫਾਈ ਹੋਏਗੀ, ਪ੍ਰੋਸੀਕਿਊਸ਼ਨ ਹੋਏਗੀ, ਤੁਹਾਡੇ ਵਕੀਲ ਹੋਣਗੇ, ਉਹ ਆਪਸ 'ਚ ਬਹਿਸ ਕਰਨਗੇ, 313 ਦੇ ਬਿਆਨ ਹੋਣਗੇ, ਫਾਈਨਲ ਹੋਏਗਾ। ਜੇ ਤੁਸੀਂ ਦੋਸ਼ੀ ਪਾਏ ਜਾਓਗੇ, ਤੁਹਾਨੂੰ ਉਹ ਸਜ਼ਾ, ਚਾਹੇ ਕਨਸਪੀਰੇਸੀ ਕਰਨ ਦੀ, ਚਾਹੇ ਫੋਟੋ ਖਿੱਚ ਕੇ ਭੇਜਣ ਦੀ, ਸੂਚਨਾ ਦੇਣ ਦੀ, ਗੱਡੀ ਪ੍ਰੋਵਾਈਡ ਕਰਾਉਣ ਦੀ, ਜੋ ਵੀ ਤੁਹਾਡੇ ਤੇ ਐਟਰੀਬਿਊਸ਼ਨ ਆਉਂਦੀ ਹੈ। ਸੋ ਜਿਹਦੇ ਵਿੱਚ 302 ਵੀ ਲੱਗੀ ਹੈ, 307 ਵੀ ਹੈ, 341, 148, 149, 427, 120 ਵੀ, 25 ਆਰਮਜ਼ ਐਕਟ ਲੱਗਾ। ਥਾਣਾ ਮਾਨਸਾ ਸਿਟੀ 1 'ਚ FIR ਨੰਬਰ 103 ਦਰਜ ਹੋਈ ਹੈ, ਉਹਦੇ ਤਹਿਤ ਤੁਹਾਡੇ ਪਨਿਸ਼ਮੈਂਟ ਮਿਲ ਜਾਏਗੀ। ਫਿਰ ਉਹਦੀ ਦਲੀਲ ਅਪੀਲ ਚੱਲਦੀ ਰਹੂਗੀ ਅੱਗੇ। ਪਰ ਇਹ ਦੇਖੀਏ ਮੱਲਨ ਸਾਹਿਬ, ਦੇਖੀਏ ਸਿੱਧੂ ਮੂਸੇਵਾਲੇ ਕੇਸ ਦੇ ਵਿੱਚ ਜਿਵੇਂ ਕਿ ਬਹੁਤ ਹਾਈ ਪ੍ਰੋਫਾਈਲ ਹੈਗਾ ਹੀ ਆ ਆਪਣੇ ਆਪ ਦੇ ਵਿੱਚ ਕੇਸ ਬਿਸ਼ਨੋਈ ਨੂੰ ਲਿਆਂਦਾ ਹੋਇਆ, ਤਾਂ ਇਹ ਚੀਜ਼ਾਂ ਦੇ ਵਿੱਚ ਜੇ ਦੇਖਿਆ ਜਾਵੇ ਜਿਹੜੀ ਸਟੇਟਸ ਰਿਪੋਰਟ ਹੁਣ ਤੱਕ ਦੀ ਕੀ ਕਹਿੰਦੀ ਆ, ਇਹਦੇ ਹਿਸਾਬ ਦੇ ਨਾਲ ਦੇਖਿਆ ਜਾਵੇ ਪੁਲਿਸ ਕਿੱਥੇ ਤੱਕ ਪਹੁੰਚ ਸਕੀ ਆ? ਪੁਲਿਸ ਨੇ ਕੁਝ ਕ੍ਰੈਸ਼ ਕੀਤਾ? ਕਿਉਂਕਿ ਲਗਾਤਾਰ ਜੇ ਕਹੀਏ ਕਿ ਹਾਲਾਂਕਿ ਹਵਾਲੇ ਤੋਂ ਖਬਰਾਂ ਆਉਣੀਆਂ ਜਾਂ ਜਾਣਕਾਰੀਆਂ ਆਉਣੀਆਂ ਉਹ ਲਗਾਤਾਰ ਸਾਂਝੀਆਂ ਹੋ ਰਹੀਆਂ ਨੇ, ਪਰ ਜਿਹੜਾ ਔਨ ਰਿਕਾਰਡ ਹੈਗਾ, ਜਿਹੜਾ ਹੁਣ ਤੱਕ ਕੰਮ ਹੋ ਚੁੱਕਿਆ, ਇਹਦੇ ਅਨੁਸਾਰ ਕੀ ਲੱਗਦਾ ਕਿ ਆਖਿਰਕਾਰ ਬਿਸ਼ਨੋਈ ਦਾ ਕਿੰਨਾ ਕੁ ਛੁੱਟੂਗਾ, ਜਾਂ ਬਿਸ਼ਨੋਈ ਤੋਂ ਬਾਅਦ ਜਿਹੜੇ ਬਾਕੀ ਲੋਕ ਨੇਗੇ ਸਾਥੀ, ਉਹਨਾਂ ਦੀ ਵੀ ਜੇਲ੍ਹ 'ਚ ਕਟੂ ਅੱਗੇ ਆਉਣ ਵਾਲਾ ਸਮਾਂ? ਦੇਖੋ, ਮੈਂ ਇਹਦੇ 'ਚ ਪਹਿਲਾਂ ਤੇ ਇੱਕ ਸਲਾਹਨਾਯੋਗ ਕਦਮ ਹੈ, ਪੰਜਾਬ ਪੁਲਿਸ ਸਾਡੀ ਨੇ 29 ਤਰੀਕ ਦਾ ਮਾਮਲਾ ਤੇ 15 ਤਰੀਕ ਤੱਕ, ਯਾਨੀ ਕਿ 2 ਤੇ ਸਮਝੋ 17 ਦਿਨਾਂ ਦੇ ਅੰਦਰ 10 ਬੰਦੇ ਅਰੈਸਟ ਕਰ ਲਏ ਨੇ। ਔਰ ਸੁਰਾਗ ਕਿੱਦਾਂ ਮਿਲੇ ਨੇ, ਮੈਂ ਤੁਹਾਨੂੰ ਥੋੜ੍ਹੀ ਜਿਹੀ ਇਹਦੀ ਸੀਕੁਐਂਸ ਦੱਸਦਾ। ਮਰਡਰ ਹੁੰਦਾ, ਮਰਡਰ ਤੋਂ ਬਾਅਦ ਭੱਜ ਜਾਂਦੇ ਸਾਰੇ ਜਣੇ, ਕੋਈ ਨਹੀਂ ਫੜਿਆ ਜਾਂਦਾ, ਤੇ ਮੌਕੇ ਦੀ CCTV ਫੁਟੇਜ ਜਿਹੜੀਆਂ ਵੀ ਆਲੇ ਦੁਆਲੇ ਸੀਗੀਆਂ, ਲੋਕਾਂ ਕੋਲੋਂ ਬਿਆਨ, ਹਾਲਾਤ ਲਏ ਜਾਂਦੇ ਨੇ। ਲੈਣ ਤੋਂ ਬਾਅਦ ਈਵਨ ਸਿੱਧੂ ਮੂਸੇਵਾਲੇ ਦੇ ਘਰ ਦੀ CCTV ਫੁਟੇਜ ਦੇਖੀ ਜਾਂਦੀ ਵੀ ਉੱਥੇ ਕੌਣ ਸੀ। ਉਹਨਾਂ ਚੀਜ਼ਾਂ ਤੋਂ ਬਾਅਦ ਕਿਹੜੀ ਗੱਡੀ ਇਨਵੋਲਵ ਸੀ ਉਹਦੇ ਤੇ ਨਜ਼ਰ ਮਾਰੀ ਜਾਂਦੀ ਹੈ, ਤੇ ਉਹਨਾਂ ਗੱਡੀਆਂ ਨੂੰ ਵੀ ਟਰੈਕ ਕੀਤਾ ਜਾਂਦਾ। ਦੇਖੋ, ਘਾਹ 'ਚ ਪੂਰੀ
ਮਤਲਬ ਕ੍ਰਿਕਟ ਦੀ ਗਰਾਊਂਡ 'ਚ ਸੂਈ ਲੱਭਣ ਵਾਲੀ ਗੱਲ ਹੁੰਦੀ ਹੈ। ਇਹੋ ਜਿਹੇ ਕੇਸ ਇਹਨਾਂ ਨੂੰ ਬਲਾਈਂਡ ਮਰਡਰ ਕੇਸ ਕਹਿੰਦੇ ਆ, ਜਦੋਂ ਮੌਕੇ ਤੇ ਕੁਝ ਨਾ ਫੜਿਆ ਜਾਵੇ, ਨਾ ਗੱਡੀ ਲੱਭੀ ਨਾ ਬੰਦੇ ਲੱਭੇ, ਸਿਰਫ ਬੰਦੂਕ ਦੀਆਂ ਚੱਲੀਆਂ ਗੋਲੀਆਂ ਜਾਂ ਘਰਾਂ 'ਚ ਵੱਜੀਆਂ ਤੇ ਜਾਂ ਗੱਡੀ 'ਚ ਵੱਜੀਆਂ ਜਾਂ ਉੱਥੇ ਡਿੱਗੀਆਂ, ਇਹ ਚੀਜ਼ ਸਾਹਮਣੇ ਆਈ। ਕੋਈ ਹਥਿਆਰ, ਕੋਈ ਬੰਦਾ, ਕੋਈ ਸੂਚਨਾ, ਕੋਈ ਪਰਚੀ, ਕੋਈ ਸਾਹਮਣੇ ਨਹੀਂ ਆਈ। ਇਹੋ ਜਿਹੇ ਕੇਸ 'ਚ ਪੁਲਿਸ ਨੇ, ਜਦੋਂ ਪੁਲਿਸ ਦੀ ਟੀਮ 'ਚ ਮੈਂ ਦੱਸ ਦਿੰਦਾ, ਸਰਦਾਰ ਜਸਕਰਨ ਸਿੰਘ ਨੇ IPS IGP PAP ਦੇ, ਉਸ ਤੋਂ ਬਾਅਦ ਸਰਦਾਰ ਗੁਰਮੀਤ ਸਿੰਘ ਨੇ ਚੌਹਾਨ IPS, ਮਿਸਟਰ ਗੌਰਵ ਤੂਰ ਨੇ IPS, ਮਿਸਟਰ ਧਰਮਵੀਰ ਸਿੰਘ ਨੇ PPS SP ਇਨਵੈਸਟੀਗੇਸ਼ਨ ਮਾਨਸਾ, ਮਿਸਟਰ ਵਿਸ਼ਵਜੀਤ ਸਿੰਘ ਨੇ DSP ਇਨਵੈਸਟੀਗੇਸ਼ਨ ਬਠਿੰਡਾ, ਪ੍ਰਿਤਪਾਲ ਸਿੰਘ ਇੰਚਾਰਜ CAA ਮਾਨਸਾ, ਤੇ ਉਸ ਤੋਂ ਇਲਾਵਾ ਸਿਟ ਦੀ ਜਿਹੜੀ ਹੈ ਵਰਕਿੰਗ ਹੈ ਓਵਰਆਲ ਸੁਪਰਵਿਜ਼ਨ ਆਫ ਐਡੀਸ਼ਨਲ ਡਾਇਰੈਕਟਰ ਜਨਰਲ ਪੁਲਿਸ, ਉਹਨਾਂ ਦੇ ਅੰਡਰ ਚੱਲ ਰਹੀ ਹੈ। ਤੇ ਐਂਟੀ ਗੈਂਗਸਟਰ ਟਾਸਕ ਫੋਰਸ AGTF ਜਿਹਨੂੰ ਕਹਿੰਦੇ ਆਪਾਂ, ਉਹਦੇ ਅੰਡਰ ਇਹ ਸੁਪਰਵਿਜ਼ਨ ਚੱਲ ਰਹੀ ਹੈ। ਔਰ ਬੜੇ ਹੀ ਵਧੀਆ ਸੀਕੁਐਂਸ 'ਚ ਇਹਦੇ ਜਿਹੜੀ 19 ਕੁ ਪੇਜਾਂ ਦੀ ਸਾਡੇ ਕੋਲ ਰਿਪੋਰਟ ਹੈਗੀ ਹੈ, ਇਹਦੇ ਵਿੱਚ ਦਰਸਾਇਆ ਗਿਆ ਕਿ ਸਭ ਤੋਂ ਪਹਿਲਾਂ ਕੀ ਹੋਇਆ ਕਿ ਸਿੱਧੂ ਮੂਸੇਵਾਲੇ ਦੀ ਕੇਕੜੇ ਨਾਂ ਦੇ ਬੰਦੇ ਨੇ ਉਹਦੇ ਘਰੇ ਆਇਆ, ਪਹਿਲਾਂ ਪਿਛਲੇ 3 ਦਿਨ ਤੋਂ ਰੇਕੀ ਕਰ ਰਿਹਾ ਸੀ। ਰੇਕੀ ਕਰਨ ਤੋਂ ਬਾਅਦ ਉਹਨੇ ਪ੍ਰੋਪਰ ਇਨਫੋਰਮੇਸ਼ਨ ਦਿੱਤੀ ਹੈ ਵੀ ਇਸ ਰੰਗ ਦੀ ਗੱਡੀ 'ਚੋਂ ਸਿੱਧੂ ਮੂਸੇਵਾਲਾ, ਉਹਦੇ 'ਚ 3 ਬੰਦੇ ਨੇ, ਗੱਡੀ 'ਚੋਂ ਨਿਕਲ ਕੇ ਉਹਨੇ ਉਹਦੇ ਨਾਲ ਫੋਟੋ ਖਿਚਾਈ ਹੈ। ਫੋਟੋ ਖਿਚਾਉਣ ਤੋਂ ਬਾਅਦ ਜਦੋਂ ਸਿੱਧੂ ਨਿਕਲਿਆ, ਉਸ ਤੋਂ ਬਾਅਦ ਉਹਨੇ ਉਹ ਸੂਚਨਾ ਦਿੱਤੀ ਹੈ ਆਪਣੇ ਬੰਦਿਆਂ ਨੂੰ। ਉਹਨਾਂ ਬੰਦਿਆਂ ਨੇ ਸਟੀਕ ਸੂਚਨਾ ਦੇ ਉੱਤੇ ਟੋਟਲ 3 ਗੱਡੀਆਂ ਇਨਵੋਲਵ ਨੇ, 2 ਕਰੋਲਾ ਗੱਡੀਆਂ, 1 ਬਲੈਰੋ, ਉਹਦੇ ਉੱਤੇ ਅਟੈਕ ਹੋਇਆ ਵਿਦਿਨ 15 to 20 ਮਿੰਟਸ ਫਰੋਮ ਹਿਜ਼ ਰੈਜ਼ੀਡੈਂਸ ਦੂਰੀ ਤੇ, ਜਦ ਕਿ ਉਹ ਘਰੇ ਦੱਸ ਕੇ ਗਿਆ ਸੀ। ਹੁਣ ਕਿਹੜੀ ਡਾਇਰੈਕਸ਼ਨ 'ਚ ਜਾ ਰਿਹਾ ਉਹਨੇ ਉੱਥੋਂ ਬਾਹਰੋਂ ਇਨਫੋਰਮ ਕਰਤਾ। ਹੁਣ ਅੱਗੇ ਕਿਹੜਾ ਇਨਫੋਰਮਰ ਲੱਗਾ ਸੀ, ਅੱਗੇ ਕਿਹੜਾ ਲੱਗਾ ਸੀ, ਹਲੇ ਨਹੀਂ ਇਹ ਸਾਹਮਣੇ ਆਇਆ। ਉਸ ਇਨਫੋਰਮੇਸ਼ਨ ਦੇ ਬੇਸ ਤੇ ਪਹਿਲਾਂ ਕਰੋਲਾ ਕਾਰ ਹਿੱਟ ਕਰਦੀ ਹੈ ਥਾਰ ਨੂੰ, ਮੂਸੇਵਾਲੇ ਦੀ ਗੱਡੀ ਨੂੰ, ਉਹਦੇ ਦਰਵਾਜ਼ਾ ਡੈਮੇਜ ਹੁੰਦਾ ਔਰ ਉਸੇ ਵੇਲੇ ਹੀ ਨਾਲ ਹੀ ਸ਼ੂਟਿੰਗ ਸ਼ੁਰੂ ਹੋ ਜਾਂਦੀ ਹੈ। ਗੋਲੀਆਂ ਮਾਰਨੀਆਂ ਸ਼ੁਰੂ ਕਰਦੇ ਨੇ, ਟਾਇਰ ਪੰਚਰ ਕਰਦੇ ਨੇ, ਜਿੱਥੇ ਜਿੱਥੇ ਵੀ ਜੋ ਗੋਲੀਆਂ ਮਾਰਨ ਤੋਂ ਬਾਅਦ ਇਹ ਸਾਰੇ ਫਰਾਰ ਹੁੰਦੇ ਨੇ। ਫਰਾਰ ਹੋਣ ਤੋਂ ਬਾਅਦ ਜਿਹੜੀ ਗੱਡੀ ਨੂੰ ਹਿੱਟ ਕੀਤਾ ਜਾਂਦਾ ਹੈ, ਉਹ ਗੱਡੀ ਕਰੋਲਾ, ਉਹ ਗੱਡੀ ਨੂੰ ਰਸਤੇ 'ਚ ਕਿਤੇ ਰੋਕ ਕੇ ਉੱਥੋਂ ਗਨ ਪੁਆਇੰਟ ਤੇ ਆਲਟੋ ਗੱਡੀ ਖੋਈ ਜਾਂਦੀ ਹੈ। ਔਰ ਉਸ ਆਲਟੋ ਗੱਡੀ ਤੋਂ ਬਾਅਦ ਉਹ ਅੱਗੇ ਜਾ ਕੇ ਫਿਰ ਉਹਨੂੰ ਵੀ ਕਿਤੇ ਛੱਡ ਦਿੱਤਾ ਜਾਂਦਾ। ਹੁਣ ਪਹਿਲਾ ਸੁਰਾਗ ਨਿਕਲਦਾ ਵੀ ਉਹ ਜਿਹੜੀ ਕਰੋਲਾ ਗੱਡੀ ਸਾਹਮਣੇ ਆਈ ਤੇ ਕਰੋਲਾ ਦੀ ਇੰਜਨ ਨੰਬਰ, ਚੈਸੀ ਨੰਬਰ ਤੇ ਗੱਡੀ ਨੰਬਰ, ਉਸ ਤੋਂ ਇਲਾਵਾ ਉਹਦੇ ਵਿੱਚ ਇੱਕ ਪੈਟਰੋਲ ਦੀ ਪਰਚੀ ਵੀ ਲੱਭਦੀ ਹੈ। ਉਸ ਪੈਟਰੋਲ ਦੀ ਪਰਚੀ ਤੋਂ ਸੁਰਾਗ ਲੱਗਦਾ ਕਿ ਇਹ ਬੰਦੇ ਨੇ ਵਾਰਦਾਤ ਤੋਂ 3 ਦਿਨ ਪਹਿਲਾਂ 25 ਤਰੀਕ ਨੂੰ, ਮੇਰੇ ਕੋਲ ਜਿਹੜੀ ਰਿਪੋਰਟ ਲਿਖੀ ਉਹਦੇ 'ਚ ਅਸਲੀ ਕਹੀਏ ਪੈਟਰੋਲ ਦੀ ਪਰਚੀ ਨੇ ਇਹ ਕਿਤੇ ਨਾ ਕਿਤੇ ਸ਼ੁਰੂਆਤ ਕਰੀ ਬੰਦੇ ਲੱਭਣ ਵਾਲੀ। ਨਹੀਂ ਵੇਖੋ ਭਾਜੀ, ਬੜਾ ਸਿੰਪਲ ਹੈ। ਵੈਸੇ ਜ਼ਿਆਦਾਤਰ ਇਹੋ ਜਿਹੇ ਮੋਡਸ ਆਪਰੈਂਡੀਆਂ 'ਚ ਕੀ ਹੁੰਦਾ ਉਹ ਵੀ ਮੈਂ ਤੁਹਾਨੂੰ ਦੱਸ ਦਿੰਦਾ। ਜਿਹੜੇ ਬੰਦੇ ਇਸ ਵਾਰਦਾਤ ਤੇ ਆਉਂਦੇ ਨੇ, ਮੰਨ ਲਓ ਮੋਟਰਸਾਈਕਲ ਜਾਂ ਕਾਰ ਲੈ ਕੇ ਜਾਂਦੇ ਨੇ, ਉਹ ਪੈਸੇ ਖਰਚ ਕੇ ਇੰਜਨ ਨੰਬਰ, ਚੈਸੀ ਨੰਬਰ ਤੇ ਗੱਡੀ ਦਾ ਨੰਬਰ ਚੇਂਜ ਕਰਾ ਦਿੰਦੇ ਨੇ। ਹੁਣ ਇੰਜਨ ਨੰਬਰ ਦੇ ਉੱਤੇ ਵੀ ਗ੍ਰਾਈਂਡਰ ਮਾਰ ਕੇ ਨਵਾਂ ਨੰਬਰ ਕੋਈ ਵੀ ਛਾਪ ਦੇਣਗੇ, ਉਹ ਪਤਾ ਨਹੀਂ ਸਕੂਟਰ ਦਾ ਕਿ ਪਤਾ ਨਹੀਂ ਐਗਜ਼ਿਸਟ ਵੀ ਕਰਦਾ ਕਿ ਨਹੀਂ ਕਰਦਾ। ਜਾਲੀ RC ਤਿਆਰ ਹੋ ਜਾਂਦੀ ਹੈ। ਇਸ ਤਰ੍ਹਾਂ ਸਾਰਾ ਕੰਮ ਹੁੰਦਾ ਹੈ। ਹੋਣ ਤੋਂ ਬਾਅਦ ਇਹ ਕਾਰਵਾਈ ਹੁੰਦੀ ਹੈ। ਪਰ ਐਸੇ ਕੇਸ 'ਚ ਕਰੋਲਾ ਗੱਡੀ ਦੀ ਉਹ ID ਮਿਲ ਗਈ, ਪੈਟਰੋਲ ਦੀ ਜਿਹੜੀ ਪਰਚੀ ਮਿਲੀ, ਉਹ ਪੈਟਰੋਲ ਦੀ ਪਰਚੀ ਤੋਂ ਪੈਟਰੋਲ ਪੰਪ ਤੇ ਜਾਇਆ ਗਿਆ। ਪੈਟਰੋਲ ਦੇ ਪੰਪ ਤੋਂ ਉੱਥੋਂ CCTV ਫੁਟੇਜ ਲੱਭੇ। CCTV ਫੁਟੇਜ ਤੋਂ ਇੱਕ ਬੰਦਾ ਉਹ ਗੱਡੀ ਫੁੱਲ ਕਰਾਉਂਦਾ, ਉੱਥੋਂ ਉਸ ਬੰਦਾ ਲੱਭਦਾ। ਇੱਦਾਂ ਟਰੈਕ ਕਰਦੇ ਪਿੱਛੇ ਜਾਂਦੀ ਹੈ ਪੁਲਿਸ। ਫਿਰ ਉਸੇ ਤਰ੍ਹਾਂ ਜਿਹੜੀ ਆਲਟੋ ਗੱਡੀ ਹੈ ਉਹਦੀ ਵੱਖਰੀ FIR ਦਰਜ ਹੁੰਦੀ ਹੈ, ਕਿਉਂਕਿ ਗਨ ਪੁਆਇੰਟ ਤੇ ਖੋਈ ਗਈ, ਕਿਹੜੇ ਬੰਦਿਆਂ ਨੇ ਖੋਈ ਉਹਦਾ ਹੁਲੀਆ ਸਾਹਮਣੇ ਆਉਂਦਾ। ਕਰਦੇ ਪਲੱਸ ਜਿਹੜੀ ਲਾਰੈਂਸ ਬਿਸ਼ਨੋਈ ਤੇ ਉਹਦੇ ਗਿਰੋਹ ਨੇ ਫੇਸਬੁੱਕ ਤੇ ਜਾਂ ਸੋਸ਼ਲ ਮੀਡੀਆ ਤੇ ਜਿਹੜੀਆਂ ਜ਼ਿੰਮੇਵਾਰੀਆਂ ਲਿੱਤੀਆਂ ਕਿ ਅਸੀਂ ਇਹ ਕੰਮ ਕੀਤਾ, ਉਹਦੇ ਨਾਲ ਕਿਤੇ ਨਾ ਕਿਤੇ ਤਾਰ ਜੁੜਦੇ ਨੇ। ਇਹ ਸਾਰੇ ਬੰਦੇ ਆਪਸ 'ਚ ਕਨੈਕਟਡ ਨੇ। ਕੁਝ ਮਹਾਰਾਸ਼ਟਰ ਜੇਲ੍ਹ 'ਚ ਸੀ, ਕੁਝ ਦਿੱਲੀ ਜੇਲ੍ਹ 'ਚ ਸੀ। ਔਰ ਲਾਰੈਂਸ ਬਿਸ਼ਨੋਈ ਤੇ 50 ਤੋਂ ਵੱਧ ਕੇਸ ਚੱਲਦੇ ਪਏ ਨੇ, ਜਿਹਦੇ ਵਿੱਚ ਮਰਡਰ ਦੇ, ਗਨਜ਼ ਨੂੰ ਲੈਣ ਦੇਣ ਦਾ ਕੰਮ ਪਹਿਲਾਂ ਹੀ ਹੈਗੇ ਆ। ਔਰ ਲਾਰੈਂਸ ਬਿਸ਼ਨੋਈ ਨੇ ਮਾਨਯੋਗ ਸੁਪਰੀਮ ਕੋਰਟ ਕੋਲੋਂ ਇੱਕ ਬਲੈਂਕਟ ਸਮਝੋ ਲਈ ਹੋਈ ਹੈ ਕਿ ਮੈਨੂੰ ਪ੍ਰੋਡਕਸ਼ਨ ਵਾਰੰਟ ਤੇ ਜਗ੍ਹਾ ਤੇ ਨਾ ਲਿਜਾਇਆ ਜਾਵੇ। ਸੋ ਇਦਾਂ ਦੇ ਵੀ ਚੀਜ਼ਾਂ ਸੀਗੀਆਂ। ਤਾਂ ਕਰਕੇ ਹੀ ਉਸ ਚੀਜ਼ ਤੇ ਬਹਿਸ ਹੋਣ ਤੋਂ ਬਾਅਦ ਜਿਹੜੀ ਟ੍ਰਾਂਜ਼ਿਟ ਰਿਮਾਂਡ ਮਿਲਿਆ ਸੀ, ਜਿਹਦੇ ਤੇ 7 ਤਰੀਕ ਤੱਕ ਜਿਹੜੀ ਆਉਣ ਵਾਲੀ 7 ਦਿਨਾਂ ਦਾ ਪੁਲਿਸ ਰਿਮਾਂਡ ਮਿਲਿਆ, ਉਸ ਪੁਲਿਸ ਰਿਮਾਂਡ ਨੂੰ ਸਾਡੀ ਪੰਜਾਬ ਪੁਲਿਸ ਨੇ ਲਿੱਤਾ ਤੇ ਉਹਦੇ ਤੇ ਕੰਮ ਕਰ ਰਹੀ ਹੈ। ਇੱਕ ਬੰਦਾ ਇਹ 'ਚ ਹਰਿਦੁਆਰ ਉੱਤਰਾਖੰਡ ਦਾ ਵੀ ਹੈਗਾ। ਇੱਕ ਬੰਦੇ ਨੇ, ਇੱਕ ਮਜ਼ੇਦਾਰ ਗੱਲ ਦੱਸ ਦਿੰਦਾ ਕਿ ਜਿਹੜੀ ਇੱਕ ਕਰੋਲਾ ਕਾਰ ਹੈ ਉਹਦੇ ਵਿੱਚੋਂ ਇੱਕ ਉਸ ਬੰਦੇ ਦੀ ਹੈ ਜਿਹੜਾ ਬੰਦਾ ਆਲਰੇਡੀ ਜੇਲ੍ਹ 'ਚ ਹੈ, ਔਰ ਉਹਨੇ ਮੰਨ ਲਓ ਤਾਂ ਮੇਰੇ ਕੋਲ ਖਰੀਦੀ ਹੈ ਉਹ ਕਾਰ, ਆਪਣੇ ਨਾਂ ਤੇ ਟਰਾਂਸਫਰ ਨਹੀਂ ਸੀ ਕਰਾਈ। ਇੱਥੇ ਮੈਂ ਦਰਸ਼ਕਾਂ ਨੂੰ ਦੱਸਣਾ ਚਾਹੁੰਦਾ, ਜਦੋਂ ਵੀ ਗੱਡੀ ਵੇਚੋ ਇਮੀਡੀਏਟਲੀ ਪਹਿਲੀ ਗੱਲ ਤਾਂ ਉਹਦਾ ਐਫੀਡੇਵਿਟ ਲਵੋ। ਜਿਹੜਾ ਬੰਦਾ ਤੁਹਾਡੇ ਕੋਲ ਆਇਆ ਆਧਾਰ ਕਾਰਡ ਉਹਦਾ ਲਵੋ। 3rd ਪਰਸਨ ਦਾ ਆਧਾਰ ਕਾਰਡ ਕਦੀ ਐਕਸੈਪਟ ਨਾ ਕਰੋ। ਔਰ ਲੈਣ ਤੋਂ ਬਾਅਦ ਆਪਣੇ ਏਰੀਆ ਦੀ ਪੁਲਿਸ ਨੂੰ, DTO ਨੂੰ, ਜਿਸ DTO ਤੋਂ ਤੁਹਾਡੀ ਉਹ ਗੱਡੀ ਰਜਿਸਟਰ ਹੈ ਉੱਥੇ ਰਜਿਸਟਰਡ ਪੋਸਟ ਭੇਜੋ ਕਿ ਇੰਨੀ ਤਰੀਕ ਨੂੰ ਇੰਨੇ ਵੱਜ ਕੇ ਇੰਨੇ ਮਿੰਟ ਤੇ ਆਹ ਵਾਲੀ ਗੱਡੀ, ਆਹ ਵਾਲੇ ਕਾਗਜ਼, ਆਹ ID ਪ੍ਰੂਫ ਨਾਲ
ਮੈਂ ਮਿਸਟਰ ਸੁਮਿਤ ਨੂੰ ਵੇਚਤੀ ਹੈ, ਅੱਜ ਤੋਂ ਬਾਅਦ ਦਾ ਜ਼ਿੰਮੇਦਾਰ ਉਹ ਹੋਏਗਾ। ਕਿਤੇ ਕੱਲ ਨੂੰ ਕੋਈ ਜਿਸ ਤਰ੍ਹਾਂ ਦੇ ਇਹ ਮਾਮਲੇ 'ਚ ਆ ਗਿਆ ਵੀ ਜੇ ਤੁਹਾਡੇ ਕੋਈ ਕੋਲੋਂ ਭਲਾ ਗੱਡੀ ਮਾਨਸ ਖੋਈ ਹੁੰਦਾ ਤਾਂ ਜਾਵੇ, ਉਹ ਅੜ ਜਾਂਦਾ। ਤੁਹਾਡੇ ਕੋਲੋਂ ਗੱਡੀ ਖੋਈ ਜਾਵੇ, ਗੱਡੀ ਦਾ ਮਾਲਕ ਅਸਲੀ ਮੈਂ ਆਵਾਂ, ਫਸਣਾ ਤੇ ਮੈਂ ਆ, ਤੁਹਾਨੂੰ ਤਾਂ ਕੁਝ ਵੀ ਨਹੀਂ, ਤੁਸੀਂ ਤਾਂ ਲੱਭਣਾ ਵੀ ਨਹੀਂ, ਕਿਉਂਕਿ ਇੰਜਨ ਨੰਬਰ, ਚੈਸੀ ਨੰਬਰ ਜਾਂ ਗੱਡੀ ਨੰਬਰ ਤੋਂ ਸੁਨੀਲ ਮੱਲਨ ਟਰੇਸ ਹੋਣਾ। ਤੇ ਸੁਨੀਲ ਮੱਲਨ ਕਈ ਸਾਲ ਪਹਿਲਾਂ ਗੱਡੀ ਵੇਚ ਚੁੱਕਾ ਹੋਏਗਾ, ਪਰ ਕੱਲ ਨੂੰ ਲਾਇਬਿਲਿਟੀ ਸੁਨੀਲ ਮੱਲਨ ਤੇ ਫਿਕਸ ਹੋ ਸਕਦੀ ਹੈ। ਯਾਦ ਰੱਖੋ ਮੇਰੀ ਗੱਲ, ਮੈਂ ਲਾਅ ਦੀ ਗੱਲ ਕਰ ਰਿਹਾ। ਜੇ ਤੁਸੀਂ ਆਪਣੀ ਗੱਡੀ ਵੇਚਣ ਦੇ ਪ੍ਰੂਫ ਸਮੇਂ ਸਿਰ ਨਹੀਂ ਲਏ ਤੇ ਰਿਸਪੈਕਟਿਵ ਅਥਾਰਟੀਆਂ ਨੂੰ ਨਹੀਂ ਦਿੱਤੇ ਤੇ ਤੁਹਾਡੇ ਤੇ ਕਾਰਵਾਈ ਹੋ ਸਕਦੀ ਹੈ, ਇਸ ਗੱਲ ਨੂੰ ਯਾਦ ਰੱਖੋ। ਸੋ ਉਸ ਬੰਦੇ ਨੇ ਗੱਡੀ, ਉਹਦੀ ਆਈਡੀ ਤੋਂ, ਉਹ ਬੰਦਾ ਉਸ ਵੇਲੇ ਜੇਲ੍ਹ 'ਚ ਹੈ, ਫਿਰ ਉਹਦੇ ਕੋਲ ਪੁੱਛਤਾਛ ਕੀਤੀ ਗਈ। ਹੁਣ ਉਸ ਬੰਦੇ ਨੇ ਐਜ਼ ਪਰ ਰਿਪੋਰਟ ਮੰਨਿਆ ਕਿ ਹਾਂਜੀ ਮੈਂ ਏ ਨੂੰ ਕਿਹਾ ਸੀ ਇਹ ਗੱਡੀ ਲੈ ਤੇ ਬੀ ਨੂੰ ਦੇ ਦੇ, ਉਹਨਾਂ ਨੂੰ ਇਸ ਕੰਮ ਲਈ ਚਾਹੀਦੀ ਹੈ। ਸੋ ਉਹਨਾਂ ਨੇ ਉਸ ਕੰਮ ਨੂੰ ਅੰਜਾਮ ਦਿੱਤਾ ਹੈ। ਇਹਦੇ ਵਿੱਚ 10 ਬੰਦੇ ਆ, ਉਹਨਾਂ ਦਾ ਰੋਲ ਡਿਫਾਈਨ ਕੀਤਾ ਗਿਆ। ਮੈਂ ਦਰਸ਼ਕਾਂ ਨੂੰ ਉਹ ਵੀ ਦੱਸਣਾ ਚਾਹੁੰਦਾ, ਕਿਉਂਕਿ ਰਿਪੋਰਟ ਉਨੀ ਭੇਜ ਜਾਂਦੀ ਹੈ, ਸਾਰੀ ਦੇ ਪੜ੍ਹ ਕੇ ਸੁਣਾਉਣੀ ਔਖੀ ਹੈ। ਸਭ ਤੋਂ ਪਹਿਲਾਂ ਮਨਪ੍ਰੀਤ ਸਿੰਘ ਮੰਨਾ, ਸਨ ਆਫ ਸੁਖਮਿੰਦਰ ਸਿੰਘ, ਤਲਵੰਡੀ ਸਾਬੋ ਦਾ ਜੀ, ਬਠਿੰਡਾ ਦਾ, ਇੰਸਟਰੂਮੈਂਟਲ ਇਨ ਪ੍ਰੋਵਾਈਡਿੰਗ ਟੋਇਟਾ ਕਰੋਲਾ ਕਾਰ ਟੂ ਮਨਪ੍ਰੀਤ ਬਾਊ ਟੂ ਕੈਰੀ ਆਊਟ ਦਾ ਕ੍ਰਾਈਮ। ਉਹ ਮਨਪ੍ਰੀਤ ਮੰਨਾ, ਜਿਹੜਾ ਮਨਪ੍ਰੀਤ ਸਿੰਘ ਆ, ਉਹ ਮਨਪ੍ਰੀਤ ਬਾਊ ਨੂੰ ਉਹਨੇ ਗੱਡੀ ਦਿੱਤੀ ਹੈ ਕਰੋਲਾ ਕਾਰ ਕਿ ਤੁਸੀਂ ਇਹ ਕ੍ਰਾਈਮ ਨੂੰ ਕਰੋਗੇ। ਮਨਪ੍ਰੀਤ ਬਾਊ ਦਹੀਂ ਪਾਈ ਜੈਤੋਂ ਦਾ ਹੈ। ਡਿਲੀਵਰ ਦੇ ਕਰੋਲਾ ਕਾਰ ਟੂ 2 ਪਰਸਨਸ ਪ੍ਰੋਵਾਈਡਡ ਬਾਏ ਸਰਜ ਮਿੰਟੂ, ਠੀਕ ਹੈ ਜੀ, ਸ਼ੂਟਰ ਗਰੁੱਪ ਦਾ ਇੱਕ ਬੰਦਾ ਜਿਹਨੂੰ ਉਹਨੇ ਅੱਗੇ ਕਾਰ ਦਿੱਤੀ ਹੈ। ਸਰਜ ਮਿੰਟੂ ਜਿਹੜਾ ਡਾਇਰੈਕਟਿਡ ਮਨਪ੍ਰੀਤ ਬਾਊ ਟੂ ਪ੍ਰੋਵਾਈਡ ਕਾਰ ਟੂ ਆਫ ਹਿਸ ਮੈਨ, 2 ਕਿਸੇ ਬੰਦਿਆਂ ਨੂੰ ਕਾਰ ਦੇ ਸ਼ੂਟਰਾਂ ਨੂੰ, ਸਸਪੈਕਟਡ ਟੂ ਬੀ ਰੀਅਲ ਸ਼ੂਟਰਸ, ਹਲੇ ਸਸਪੈਕਟਡ ਨੇ, ਉਹ ਰੀਅਲ ਸ਼ੂਟਰ ਨੇ, ਔਨ ਦੀ ਡਾਇਰੈਕਸ਼ਨ ਆਫ ਗੋਲਡੀ ਬਰਾੜ ਕਰੰਟਲੀ ਇਨ ਕੈਨੇਡਾ ਐਂਡ ਸਚਿਨ ਤਪਨ। ਸਚਿਨ ਤਪਨ ਮੈਂ ਦੱਸ ਦਿੰਦਾ ਕਿ ਲਾਰੈਂਸ ਬਿਸ਼ਨੋਈ ਦਾ ਕਜ਼ਨ ਵਗੈਰਾ, ਮਾਸੀ ਦਾ ਮੁੰਡਾ ਕਿ ਤਾਏ ਦਾ ਮੁੰਡਾ, ਕੁਝ ਇਸ ਤਰ੍ਹਾਂ ਦਾ, ਰੈਜ਼ੀਡੈਂਟ ਆਫ ਫਾਜ਼ਿਲਕਾ। ਅੱਗੇ ਪ੍ਰਭਦੀਪ ਸਿੱਧੂ ਪੱਬੀ। ਮੰਥ ਆਫ ਜਨਵਰੀ 'ਚ ਗੋਲਡੀ ਬਰਾੜ ਹੈਡ ਸੈਂਟ ਹਿਸ ਐਸੋਸੀਏਟ ਟੂ ਪ੍ਰਭਦੀਪ ਐਂਡ ਡਾਇਰੈਕਟਡ ਪ੍ਰਭਦੀਪ ਟੂ ਪ੍ਰੋਵਾਈਡ ਅਕੋਮੋਡੇਸ਼ਨ ਐਂਡ ਲੌਜਿਸਟਿਕਸ ਐਂਡ ਅਲੋਂਗ ਵਿਦ ਹਿਸ ਪਰਸਨ ਕੈਰੀਡ ਆਊਟ ਰੇਕੀ, ਹਾਂਜੀ, ਰਹਿਣ ਸਹਿਣ ਦਾ ਇੰਤਜ਼ਾਮ ਕੀਤਾ। ਦੇਖੋ ਹੁਣ ਤੁਹਾਨੂੰ ਮੈਂ ਦਰਸ਼ਕਾਂ ਨੂੰ ਦੱਸੋ ਕਿ ਜਦੋਂ ਕੋਈ ਕ੍ਰਾਈਮ ਹੁੰਦਾ ਹੈ, ਕੱਲ ਨੂੰ ਤੁਸੀਂ ਇਹ ਕਹੋ ਕਿ ਮੈਨੂੰ ਤਾਂ ਪਤਾ ਨਹੀਂ, ਮੇਰੇ ਘਰ ਆ ਕੇ ਰਹਿ ਲਿਆ, ਇਹ ਕਹਿੰਦੇ ਨੇ ਬਹੁਤ ਸਾਰੇ ਲੋਕ, ਛੁੱਟਦਾ ਨਹੀਂ ਬੰਦਾ। ਅੱਛਾ, ਦੇਖੋ ਸਰ, ਤੁਸੀਂ ਤੇ ਮੈਂ ਇਕੱਠੇ ਗਏ, ਤੁਸੀਂ ਕਾਰ ਸਕੂਟਰ ਸਟਾਰਟ ਰੱਖਿਆ, ਮੈਂ ਅੰਦਰ ਬੈਂਕ ਲੁੱਟ ਕੇ ਵਾਪਸ ਆ ਗਿਆ ਤੇ ਕੱਲ ਨੂੰ ਪਤਾ ਲੱਗ ਗਿਆ ਵੀ ਸੁਮਿਤ ਡਰਾਈਵਰ ਸੀ ਮੋਟਰਸਾਈਕਲ ਸਕੂਟਰ ਦਾ, ਤੇ ਹੌਲੀ ਜੀ ਸੁਮਿਤ ਕਹੇ ਭਾਜੀ ਮੈਨੂੰ ਤਾਂ ਪਤਾ ਨਹੀਂ ਸੁਨੀਲ ਕੀ ਕੰਮ ਗਿਆ ਸੀ, ਤੇ ਤੁਸੀਂ ਛੁੱਟਣਾ ਨਹੀਂ। ਜੇ ਅਪਰਾਧੀਆਂ ਦੇ ਜੇ ਤੁਸੀਂ ਨਾਲ ਕਿਤੇ ਰਹਿੰਦੇ ਹੋ ਤਾਂ ਤੁਸੀਂ ਵੀ ਫਸੇ ਅਪਰਾਧੀ ਹੋ ਜੀ। ਅਪਰਾਧੀ ਨੂੰ ਸ਼ੈਲਟਰ ਕਰਨਾ, ਅਪਰਾਧੀ ਦੀ ਕਿਸੇ ਕਿਸਮ ਦੀ ਮਦਦ ਕਰਨਾ, ਜਾਣੇ ਅਣਜਾਣੇ 'ਚ। ਤੁਸੀਂ ਚੋਰੀ ਦਾ ਮੋਬਾਈਲ ਖਰੀਦ ਲਓ, ਤੁਸੀਂ ਬਰਾਬਰ ਦੇ ਚੋਰ ਹੋ। ਤੁਸੀਂ ਸਕੂਟਰ ਸਟਾਰਟ ਕਰਕੇ ਬੈਠੇ ਸੀ, ਤੁਸੀਂ ਬਰਾਬਰ ਦੇ ਅਪਰਾਧੀ ਹੋ। ਸੋ ਸ਼ੁਭਦੀਪ ਸਿੰਘ ਦੇ ਰੈਜ਼ੀਡੈਂਸ ਦੇ ਸਰਾਊਂਡਿੰਗ, ਇਹਦੇ ਆਲੇ ਦੁਆਲੇ ਜਿਹੜੀ ਇਹ ਗੱਡੀਆਂ ਤੇ ਰੇਕੀ ਕਰਨ ਦਾ ਕੰਮ ਜਿਹੜਾ ਇਹਨੇ ਪੱਬੇ ਨੇ ਕੀਤਾ ਸੀਗਾ ਜੀ। ਮੋਨੂ ਡਾਗਰ ਜਿਹੜਾ ਕਿ ਹਰਿਆਣੇ ਸੋਨੀਪਤ ਦਾ ਰਹਿਣ ਵਾਲਾ, ਇਹਨੇ 2 ਸ਼ੂਟਰ ਦਿੱਤੇ ਸੀਗੇ ਗੋਲਡੀ ਬਰਾੜ ਦੇ ਕਹਿਣ ਤੇ, ਠੀਕ ਹੈ ਜੀ, ਤੇ ਟੀਮ ਨੂੰ ਇਕੱਠਿਆਂ ਕਰਨ 'ਚ ਵੀ ਇਹਨੇ ਮਦਦ ਕੀਤੀ ਸੀ। ਪਵਨ ਬਿਸ਼ਨੋਈ ਫਤਿਆਬਾਦ ਦਾ ਰਹਿਣ ਵਾਲਾ, ਇੰਸਟਰੂਮੈਂਟਲ ਇਨ ਡਿਲੀਵਰਿੰਗ ਬਲੈਰੋ ਵਹੀਕਲ, ਬਲੈਰੋ ਇਹਨੇ ਲਿਆ ਕੇ ਆਂਦੀ ਸੀ। ਹਾਈਡ ਆਊਟ ਟੂ ਸ਼ੂਜ਼ਰ, ਉਹਨਾਂ ਨੂੰ ਬਚਾਉਣ 'ਚ ਇਹਨੇ ਮਦਦ ਦਿੱਤੀ ਹੈ। ਫਿਰ ਨਸੀਬ ਹੈ ਜੀ ਮੁੰਡਾ ਫਤਿਆਬਾਦ ਦਾ, ਡਿਲੀਵਰਿੰਗ ਬਲੈਰੋ ਵਹੀਕਲ ਟੂ ਸ਼ੂਟਰਸ ਅਲੋਂਗ ਵਿਦ ਪਵਨ ਬਿਸ਼ਨੋਈ, ਉਹਦੇ ਨਾਲ ਰਲ ਕੇ ਉਹਨੂੰ ਦੇਣ 'ਚ ਅੱਗੇ ਆ ਗਿਆ। ਸੰਦੀਪ ਕੇਕੜਾ, ਜਿਹਦਾ ਨਾਂ ਕੇਕੜਾ ਹੈ, ਉਹ ਬੰਦੇ ਨੇ ਉਹੀ 29 ਤਰੀਕ ਨੂੰ ਜਾਂ ਉਸ ਤੋਂ ਪਹਿਲਾਂ ਰੇਕੀ ਕਰਨ ਤੋਂ ਬਾਅਦ ਸੂਚਨਾ ਦੇਣ ਦਾ, ਕਿੰਨੇ ਬੰਦੇ, ਕਿਹੜੀ ਗੱਡੀ, ਕਿੱਥੇ ਜਾ ਰਹੇ ਨੇ, ਤੇ ਉਹਦੇ ਘਰ ਦੇ ਬਾਹਰੋਂ ਸਾਰੀ ਮਤਲਬ ਕਵਰੇਜ ਕਰਨ ਦਾ, ਸਮਝੋ ਉਹ ਬੰਦਾ। ਚਰਨਜੀਤ ਸਿੰਘ ਚੇਤਨਾ, ਟਰਾਂਸਫਰਡ ਵੈਪਨ ਟੂ ਕਲਪ੍ਰਿਟਸ, ਉਹਨੇ ਹਥਿਆਰ ਪ੍ਰੋਵਾਈਡ ਕੀਤੇ ਨੇ, ਫੇਕ ਨੰਬਰ ਪਲੇਟਾਂ ਦਿੱਤੀਆਂ। ਆ ਗਈ ਮੇਰੀ ਗੱਲ, ਨੰਬਰ ਪਲੇਟਾਂ ਫੇਕ ਦਿੱਤੀਆਂ। ਲਾਰੈਂਸ ਬਿਸ਼ਨੋਈ ਮਾਸਟਰਮਾਈਂਡ ਤੇ ਮੇਨ ਕਨਸਪੀਰੇਟਰ ਆਫ ਸਿੱਧੂ ਮੂਸੇਵਾਲਾ ਮਰਡਰ ਕੇਸ। ਇਹ 10 ਬੰਦੇ ਹੁਣ ਤੱਕ ਸਾਡੀ ਪੰਜਾਬ ਪੁਲਿਸ ਨੇ ਵਿਦਿਨ 17 ਡੇਜ਼ ਕਹੋਗੇ ਗ੍ਰਿਫਤਾਰ ਕੀਤੇ ਨੇ। ਇਹਦੇ 'ਚ ਹੁਣ ਦੇਖੀਏ, ਯਾਨੀ ਕਿ ਇਹ ਕੋਈ ਬਾਲੇ ਮਾਇਨੇ ਨਹੀਂ ਰੱਖਦਾ ਹੈਗਾ ਕਿ ਜ਼ਿਆਦਾ ਕਿ ਜੇਕਰ ਸ਼ੂਟਰ ਫੜੇ ਜਾਂਦੇ ਨੇ, ਨਹੀਂ, ਪਰ ਜਿਹੜੇ ਇਹ 10 ਨੇਗੇ, 10 ਦੇ ਵਿੱਚ ਦੇਖਿਆ ਜਾਵੇ ਤਾਂ ਇਹ ਮੇਨ ਬੰਦਿਆਂ ਤੇ ਕਹਾਣੀ ਸਾਰੀ ਘੁੰਮਦੀ ਹੈ ਕਿ ਆਖਰ ਇਸ ਕੇਸ ਦੇ ਪਿੱਛੇ ਵੀ ਕੋਈ ਹੋਰ ਹੈਗਾ ਜਾਂ ਇਹਨਾਂ ਨੇ ਆਪਸੀ ਤੌਰ ਤੇ ਉਹ ਕਰਤੀ। ਭਾਜੀ ਉਸ ਤੋਂ ਇੰਪੋਰਟੈਂਟ ਅਗਲੀ ਗੱਲ ਕੀ ਹੈ, ਇਹ ਹਲੇ ਪੁਲਿਸ ਨੇ ਆંકੜੇ ਕੱਢੇ ਆ, ਇਹਦੀ ਐਵੀਡੈਂਸ ਇਕੱਠੀ ਕਰਨਾ ਅੱਛਾ ਇਹ ਬਹੁਤ ਟਫ ਹੈ। ਹੁਣ ਦੇਖੋ ਨਾ, ਤੁਸੀਂ ਤੇ ਮੈਂ ਟੈਲੀਫੋਨ ਕਾਲ ਕੀਤੀ, ਆਪਣੀਆਂ 3 ਕਾਲਾਂ ਨੇ ਪਿਛਲੇ 2 ਘੰਟਿਆਂ 'ਚ, ਤੇ ਪ੍ਰੂਫ ਪੱਕਾ ਹੈ ਕਿ ਸੁਮਿਤ ਸੁਨੀਲ ਦੇ ਕੰਟੈਕਟ 'ਚ ਤੇ ਆਪਸ 'ਚ ਕੰਟੈਕਟ 'ਚ, ਜਾਂ ਮੈਂ ਤੁਹਾਨੂੰ ਕਾਲ ਕੀਤੀ। ਜੇ ਤੁਹਾਡੀ ਮੇਰੀ ਕਾਲ ਹੀ ਕੋਈ ਨਹੀਂ ਹੈਗੀ, ਕਿੱਦਾਂ ਸਾਬਤ ਕਰੋਗੇ ਗੋਲਡੀ ਬਰਾੜ ਲਾਰੈਂਸ ਬਿਸ਼ਨੋਈ ਤੱਕ
ਜੋ ਵੀ ਵਿਚਕਾਰਲੀ ਕੜੀ ਹੈ। ਜਿਹੜੀਆਂ ਇੰਟਰਨੈਟ ਕਾਲਾਂ ਕਹਿੰਦੇ ਨੇ ਉਹ ਨਿਕਲਣਗੀਆਂ ਕਿਤੇ, ਜਿਹੜੀ ਉਹ ਕਹਿੰਦੇ ਨੇ ਵੀ ਨਿਕਲ ਆਉਂਦੀਆਂ। ਉਹ ਐਪ ਹੈ, ਉਹ ਤਾਂ ਕੋਈ ਰਿਕਾਰਡ ਹੀ ਨਹੀਂ ਰੱਖਣ ਦਿੰਦੀ ਹੈਗੀ। ਨਹੀਂ, ਬੇਸ਼ੱਕ ਨਹੀਂ ਰੱਖਣ ਦਿੰਦੀ, ਪਰ ਫਿਰ ਵੀ ਉਹਦਾ ਰਿਕਾਰਡ ਨਿਕਲਦਾ ਜੀ, ਰਿਕਾਰਡ ਨਿਕਲਦਾ। ਉਹ ਕੰਪਨੀ ਨੂੰ ਵੀ ਨਾਮਜ਼ਦ ਕੀਤਾ ਜਾ ਸਕਦਾ ਹੈ, ਕਈ ਕੁਝ ਹੋਰ ਹੋ ਸਕਦਾ ਹੈ। ਦੇਖੋ, ਕਾਨੂੰਨ ਕੇ ਹੱਥ ਬਹੁਤ ਲੰਬੇ, ਇਹ ਡਾਇਲੌਗ ਨਹੀਂ ਹੈ, ਸੱਚੀ ਮੁੱਚੀ ਲੰਬੇ ਆ, ਕਰਨ ਵਾਲਾ ਹੋਵੇ। ਜੇ ਮਹਾਰਾਣੀ ਪਟਿਆਲਾ, ਇੱਕ ਮਿੰਟ, ਮਹਾਰਾਣੀ ਪਟਿਆਲਾ ਦਾ 5 ਲੱਖ ਨਿਕਲਿਆ ਸੀ 24 ਘੰਟਿਆਂ 'ਚ, ਬੰਦੇ ਪੈਸਾ ਵਾਪਸ ਆਇਆ ਸੀ, ਇਹਦਾ ਮਤਲਬ ਸਾਡੀ ਪੰਜਾਬ ਪੁਲਿਸ ਕਾਬਲ ਹੈ, ਉਹਦੇ ਕੋਲ ਰਿਸੋਰਸਿਸ ਹੈ, ਕਰਨਾ ਚਾਹੇਗੀ ਤੇ ਕਰ ਦੇਗੀ। ਮੈਂ ਕੱਲ ਦੀ ਰਾਤ ਦੀ ਇੰਟਰਵਿਊ 'ਚ ਵੀ ਇੱਕੋ ਗੱਲ ਕਹਿੰਦਾ ਪਿਆ ਸੀ, ਸਾਡੀ ਪੰਜਾਬ ਪੁਲਿਸ ਕਾਬਲ ਹੈ, ਸਿਰਫ ਇੱਛਾ, ਵਿਲ ਉਹ ਜ਼ਰੂਰੀ ਹੈ। ਮਹਾਰਾਜ ਨੇ ਬਾਣੀ 'ਚ ਵੀ ਲਿਖਿਆ, ਜੋ ਮੰਗੇ ਠਾਕੁਰ ਆਪਣੇ ਸੇ ਸੋਈ ਸੋਈ ਦੇਵੈ, ਨਾਨਕ ਦਾਸ ਮੁਖ ਤੇ ਜੋ ਬੁਲਾ ਇਹਾਂ ਉਹਾਂ ਸੱਚ ਹੋਇਆ। ਮਾਲਕ ਦੀ ਨਜ਼ਰ ਤੇ ਆਪਣੀ ਨੀਤ ਚਾਹੀਦੀ ਹੈ, ਉਹ ਕੁਝ ਸੱਚ ਹੁੰਦਾ ਹੈ। ਇਹ ਸਾਡੇ ਮਹਾਰਾਜ ਨੇ ਸਾਨੂੰ ਸਾਡੀ ਬਾਣੀ 'ਚ ਦਿੱਤਾ ਹੈ, ਕਿੱਦਾਂ ਝੂਠ ਹੋ ਸਕਦਾ ਹੈ? ਸੋ ਨੀਅਤ ਰੱਖਣਗੇ, ਇਹ ਕਨੈਕਸ਼ਨ ਜੋੜਨੇ ਸੌਖੇ ਹੈ। ਇਹਦੀ ਐਵੀਡੈਂਸ ਇਕੱਠੀ ਕਰਕੇ ਜੇ ਪ੍ਰੋਡਿਊਸ ਹੋ ਗਏ ਤੇ ਫਾਂਸੀ ਦੀ ਸਜ਼ਾ ਪੱਕੀ ਹੈ ਵਿਦਿਨ 1.5 ਈਅਰ। ਇਹ ਫਾਸਟ ਟਰੈਕ ਕੇਸ ਚੱਲੇਗਾ, 100% ਫਾਸਟ ਟਰੈਕ ਕੇਸ ਚੱਲੇਗਾ। ਔਰ ਇਸ ਫਾਸਟ ਟਰੈਕ ਕੇਸ ਦੇ ਵਿੱਚ ਅੱਛੇ ਚੀਜ਼ਾਂ ਸਾਹਮਣੇ ਆਉਣਗੀਆਂ। ਔਰ ਮੇਰੀ ਬਾਕੀ ਮੀਡੀਆ ਅੱਗੇ ਵੀ ਬੜੀ ਇੱਕ ਬੇਨਤੀ ਹੈ ਕਿ ਕਦੀ ਵੀ ਆંકੜੇ ਲਾ ਕੇ ਕੋਈ ਵੀ ਐਸੀ ਖਬਰ ਨਾ ਕੱਢਿਓ ਜਿਹਦੇ ਨਾਲ ਕੋਈ ਵੀ ਸੁਰਾਗ ਮਿਟਾਇਆ ਜਾ ਸਕੇ। ਉਹ ਸੂਚਨਾ ਦਿਓ ਜਿਹੜੀ ਐਗਜ਼ੀਕਿਊਟ ਹੋ ਚੁੱਕੀ ਹੈ, ਅੱਗੋਂ ਪੁਲਿਸ ਕੀ ਕਰ ਰਹੀ ਹੈ, ਕਿਵੇਂ ਕਰ ਰਹੀ ਹੈ। ਜਿਵੇਂ ਉਹ ਤਾਜ ਮਹਿਲ ਵਾਲਾ ਕਾਂਡ, ਹੋਟਲ ਵਾਲਾ ਕਾਂਡ ਬੰਬੇ, ਉਹਦੇ ਵਿੱਚ ਲਾਈਵ ਟੈਲੀਕਾਸਟ ਹੋਈਆਂ ਤੇ ਦੋਸ਼ੀਆਂ ਨੂੰ ਉਹ ਸੂਚਨਾ ਮਿਲੀ ਤੇ ਸਾਡੇ 170-80 ਲੋਕ ਮਾਰੇ ਗਏ। ਸੋ ਮੈਂ ਮੀਡੀਆ ਨੂੰ ਵੀ ਤੇ ਲੋਕਾਂ ਨੂੰ ਵੀ ਇਹੋ ਹੀ ਬੇਨਤੀ ਕਰੂੰਗਾ ਕਿ ਕੋਈ ਵੀ ਐਸੀ ਗੱਲ ਜਿਹੜੀ ਅਫਵਾਹ ਹੋਵੇ ਜਿਹਦਾ ਸਬੂਤ ਨਾ ਹੋਵੇ। ਅੱਜ ਮੈਂ ਤਾਂ ਬੋਲਿਆ, ਮੇਰੇ ਹੱਥ 'ਚ ਕਾਗਜ਼ ਨੇ ਔਰ ਇਸ ਕਾਗਜ਼ਾਂ ਦੇ ਬੇਸ ਤੇ ਬੋਲਿਆ। ਸੁਮਿਤ ਜੀ ਮੇਰੇ ਕੋਲ ਤਾਂ ਹੀ ਆਏ ਨੇ ਕਿ ਕੋਈ ਸਹੀ ਇਨਫੋਰਮੇਸ਼ਨ ਆਪਣੇ ਕੋਲ ਅਵੇਲੇਬਲ ਹੈ। ਕੋਈ ਵੀ ਗੈਸੀ ਇਨਫੋਰਮੇਸ਼ਨ ਜਿਹੜੀ ਹਵਾ ਹੋਵੇ ਉਹ ਤੁਸੀਂ ਪੁਲਿਸ ਨੂੰ ਜ਼ਰੂਰ ਦਿਓ। ਸਿਟੀ 1 ਮਾਨਸਾ ਥਾਣਾ SHO ਨੂੰ ਫੋਨ ਕਰੋ, SHO ਦਾ ਫੋਨ ਅਵੇਲੇਬਲ ਹੈ, ਉਹਨੂੰ ਸੂਚਨਾ ਦਿਓ ਕਿ ਸਰ ਮੈਨੂੰ ਆਹ ਸੂਚਨਾ ਮਿਲੀ ਹੈ। ਮੈਨੂੰ ਬਿਲੀਵ ਕਰਦਾ ਕਿ ਤੁਹਾਡਾ ਨਾਮ ਗੁਪਤ ਵੀ ਰੱਖਣਗੇ ਔਰ ਤੁਹਾਡੀ ਉਸ ਕੰਮ ਦੇ ਉੱਤੇ ਕਾਰਵਾਈ ਹੋਏਗੀ। ਉਹਨਾਂ ਨੂੰ ਮਦਦ ਦੀ ਲੋੜ ਹੈ, ਲੀਡ ਦੀ ਲੋੜ ਹੈ। ਕੋਈ ਵੀ ਭੈਣ ਭਰਾ ਡਰੇ ਨਾ। ਤੁਹਾਨੂੰ ਡਰ ਲੱਗਦਾ ਹੈ, ਤੁਸੀਂ ਟਾਈਪ ਕਰਾਓ ਚਿੱਠੀ ਤੇ ਸਿਟੀ 1 ਥਾਣਾ ਮਾਨਸਾ ਨੂੰ ਪੋਸਟ ਕਰ ਦਿਓ। 5 ਰੁਪਏ ਟਿਕਟ ਲਾ ਕੇ ਚਿੱਠੀ ਪਹੁੰਚੂਗੀ, ਸੁਰਾਗ ਮਿਲੂਗਾ, ਕੰਮ ਹੋਏਗਾ ਔਰ ਉਹਦੇ ਨਾਲ ਮਦਦ ਹੋਏਗੀ। ਅਪਰਾਧੀਆਂ ਦੇ ਖਿਲਾਫ ਐਵੀਡੈਂਸ ਇਕੱਠੀ ਹੋ ਪਾਏਗੀ। ਜੇ ਐਵੀਡੈਂਸ ਨਾ ਇਕੱਠੀ ਹੋਈ, ਸਿਰਫ ਸਟੇਟਮੈਂਟਾਂ ਦੇ ਬੇਸ ਤੇ ਰਹੇ। ਜਿਹੜੀ 94 ਲੱਭ ਰਹੇ ਨੇ, ਜੇ ਉਹ ਨਹੀਂ ਲੱਭਦੀ ਹੈਗੀ ਫਿਰ ਕੀ ਮਾਇਨੇ ਨੇ? ਭਾਜੀ ਗੋਲੀ ਤਾਂ ਮਿਲੀ ਨਾ, ਉਸ ਗੋਲੀ ਦੇ ਵਿੱਚ, ਉਹ ਗੋਲੀ ਤੇ 94 ਦੀ ਹੈ। ਹੁਣ ਉਹ ਹਥਿਆਰ ਵੀ ਲੱਭਣਾ, ਉਹ ਵੀ ਬਹੁਤ ਇੰਪੋਰਟੈਂਟ ਹੈ, ਠੀਕ ਹੈ ਨਾ। ਬਟ ਇੱਕ ਹੋਰ ਗੱਲ ਦੱਸ ਦਿੰਦਾ, ਕਈ ਕੇਸਾਂ 'ਚ ਸਰਕਮਸਟੈਂਸ਼ੀਅਲ ਐਵੀਡੈਂਸ ਦੇ ਉੱਤੇ ਵੀ ਪਨਿਸ਼ਮੈਂਟ ਹੁੰਦੀ ਹੈ, ਬਟ ਉਹਦੇ ਵਿੱਚ ਬਚਣ ਦੇ ਰਸਤੇ ਲੱਭ ਜਾਂਦੇ ਨੇ। ਸੋ ਮੈਂ ਇਹੋ ਹੀ ਚਾਹੂੰਗਾ ਕਿ ਜੇ ਤੁਸੀਂ ਚਾਹੁੰਦੇ ਹੋ ਕਿ ਫਿਰ ਕਿਸੇ ਮਾਂ ਦਾ ਪੁੱਤ ਨਾ ਮਰੇ ਤੇ ਬੜੇ ਸੈਂਸਿਟਿਵ ਹੋ ਕੇ ਚੱਲੋ। ਸਹੀ ਸੂਚਨਾ, ਸਹੀ ਗੱਲਾਂ ਹੀ ਪਬਲਿਕ ਤੱਕ ਪਹੁੰਚਾਓ। ਔਰ ਪਬਲਿਕ ਅੱਗੇ ਵੀ ਅਪੀਲ ਹੈ ਕਿ ਫਾਲਤੂ ਦੀਆਂ ਗਾਲਾਂ ਲਿਖਣੀਆਂ, ਗੰਦ ਲਿਖਣਾ ਜਾਂ ਗੰਦੇ ਕਮੈਂਟ ਪਾਉਣੇ ਜਾਂ ਗੰਦੀਆਂ ਫੋਟੋਆਂ ਜਾਂ ਗੰਦੀ ਸੂਚਨਾ ਅਪਲੋਡ ਕਰਨੀ ਵੀ ਇੱਕ ਕ੍ਰਾਈਮ ਹੈ। ਇਹਨੂੰ ਆਪਣੇ ਆਪ ਤੋਂ ਪਰਹੇਜ਼ ਕਰੋ। ਇਸ ਵੇਲੇ ਸਾਡਾ ਮੁੱਦਾ ਸਹੀ ਬੰਦਾ ਲੱਭਣ ਤੱਕ ਹੋਣਾ ਚਾਹੀਦਾ ਹੈ। ਉਹਦੇ ਤੇ ਜਿਹੜੀ ਮਦਦ ਹੋ ਸਕਦੀ ਹੈ ਤੁਹਾਡੀ ਕਰੋ। ਮੈਂ ਵੀ ਚਾਹੇ ਸਿੱਧੂ ਮੂਸੇਵਾਲੇ ਤੇ ਕੇਸ ਕੀਤਾ ਸੀ, ਪਰ ਮੈਂ ਵੀ ਵਚਨਬੱਧ ਹਾਂ। ਜੇ ਪਰਿਵਾਰ ਮੇਰੇ ਤੱਕ ਆਂਦਾ, ਮੈਂ ਉਹਦੀ ਜੋ ਮਦਦ ਬਣਦੀ ਹੋਗੀ ਉਹ ਕਰਨ ਨੂੰ ਤਿਆਰ ਹਾਂ। ਬਿਲਕੁਲ ਜ਼ਰੂਰੀ ਇਹੀ ਹੋ ਜਾਂਦਾ, ਕਿਉਂਕਿ ਇਸ ਤਰ੍ਹਾਂ ਦੇ ਸੀਰੀਅਸ ਮਸਲਿਆਂ ਦੇ ਉੱਤੇ ਦੇਖਿਆ ਜਾਵੇ ਤਾਂ ਆਖਰਕਾਰ ਹੁੰਦਾ ਕਿ ਆਖਰ ਸਹੀ ਜਾਣਕਾਰੀ ਕਿੱਥੋਂ ਮਿਲਦੀ ਹੈਗੀ। ਤੇ ਕੁੱਲ ਮਿਲਾ ਕੇ ਦੇਖਿਆ ਜਾਵੇ ਤਾਂ ਇਹ ਪੂਰੀ ਕਹਾਣੀ ਭਾਵੇਂ ਪੁਲਿਸ ਦੀ ਆ, ਪਰ ਐਵੀਡੈਂਸ ਕੀ ਮਿਲਦਾ, ਸਬੂਤ ਕੀ ਮਿਲਦੇ ਆ, ਉਹ ਬਹੁਤ ਮਾਇਨੇ ਰੱਖਣਗੇ। ਸਬੂਤਾਂ ਦੇ ਆਧਾਰ ਤੇ ਹੀ ਅੱਗੇ ਕੋਰਟ ਨੇ ਸਜ਼ਾ ਸੁਣਾਉਣੀਆਂ ਨੇ। ਸੀਨੀਅਰ ਵੀਡੀਓ ਜਰਨਲਿਸਟ ਕਮਲ ਦੇ ਨਾਲ ਸਮਿਤ ਸਿੰਘ, ਡੇਲੀ ਪੋਸਟ ਪੰਜਾਬੀ, ਚੰਡੀਗੜ੍ਹ।